ਆ ਗਿਆ 9 ਸਾਲ ਦਾ ਟਾਈਮ ਬਹੁਤ ਵੱਡਾ ਹੁੰਦਾ ਜਿਹਦੇ ਚ ਤੁਸੀਂ ਦੇਖ ਸਕਦੇ ਹੋ। ਕਾਫੀ ਜ਼ਿਆਦਾ ਤੁਹਾਡਾ ਯੋਗਦਾਨ ਸੀ। 13 ਦੇ ਵਿੱਚ ਤੁਸੀਂ ਜੁੜੇ ਤਾਂ ਕਾਫੀ ਟਾਈਮ ਹੋ ਗਿਆ। ਹਾਂਜੀ, ਕਹਿੰਦੇ ਪਾਰਟੀ ਛੱਡਣੀ ਬੜੀ ਔਖੀ ਹੁੰਦੀ ਹੈ, ਦੂਜੇ ਪਾਸੇ ਜਾਣਾ ਉਹ ਉਹਨਾਂ ਲਈ ਔਖੀ ਹੁੰਦੀ ਹੈ ਜੀ ਜਿਨ੍ਹਾਂ ਨੂੰ ਕੋਈ ਉਮੀਦਾਂ ਹੋਣ। ਬਹੁਤ ਸਾਰੇ ਆਮ ਆਦਮੀ ਦੇ ਵਲੰਟੀਅਰ ਹੈ, ਕਹਿੰਦੇ ਕਿ ਸਾਡੀ ਕਦਰ ਨਹੀਂ ਪਾਈ, ਉਹ ਪਾਰਟੀ ਹੋਰ ਜੁਆਇਨ ਕਰ ਲੈਂਦੇ। ਕੀ ਗੱਲ ਸੱਚ ਹੈ ਸਰ ਅੰਦਰਲੀਆਂ ਗੱਲਾਂ? ਦੇਖੋ ਅੰਦਰ ਪਬਲਿਕਲੀ ਗੱਲ ਕੀਤੀ ਜਾਵੇ ਤਾਂ ਧੂਆਂ ਉਦੋਂ ਹੀ ਉੱਠਦਾ ਜਦੋਂ ਅੱਗ ਲੱਗੀ। ਸੜਕ ਪੱਟ ਕੇ ਗਏ ਸੀ, ਪਰ ਅੱਜ ਹਾਲਾਤ ਦੇ ਸ਼ਾਇਦ ਤੁਸੀਂ ਉਦੋਂ ਗੌਰ ਕੀਤੀ ਹੁੰਦੀ, ਕੁਛ ਹਲਕਾ ਵਿਧਾਇਕ ਨੇ ਜਾਂ ਠੇਕੇਦਾਰ ਨੇ ਸੜਕ ਵਧੀਆ ਬਣਾਈ ਹੁੰਦੀ, ਪਰ ਹਾਲਾਤ ਫਿਰ ਦੁਬਾਰਾ ਉਸੇ ਤਰ੍ਹਾਂ ਹੋ ਗਏ। 100% ਹਾਲਾਤ ਉੱਥੇ ਦੇ ਉੱਥੇ ਹੀ ਆ ਗਏ ਨੇ। ਤੁਹਾਡੇ ਸਾਹਮਣੇ ਹੀ ਹੈ, ਬਣੀਆਂ ਸੜਕਾਂ ਦੇ ਉੱਤੇ ਲੁੱਕ ਪਈ ਜਾ ਰਹੀ ਹੈ। ਜਿੱਥੇ ਟੋਏ ਪਏ ਹੋਏ ਆ ਉੱਥੇ ਲਈ ਕੋਈ ਬੌਦਰ ਨਹੀਂ ਕਰਦਾ ਪਿਆ। ਸ਼ਹਿਰ ਦੇ ਵਿੱਚ ਇਨਫਰਾਸਟ੍ਰਕਚਰ ਤੁਸੀਂ ਜੁੜੇ ਹੋ NNR ਨਿਊਜ਼ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਹਰਦੀਪ। ਨਕੋਦਰ ਦੇ ਵਿੱਚ ਵੱਡੇ ਚਿਹਰੇ ਨੇ ਪਾਰਟੀਆਂ ਬਦਲੀਆਂ, ਔਰ ਖਾਸ ਕਰਕੇ ਜੋ ਸਰਕਾਰ ਬਦਲਾਵ ਦੇ ਨਾਮ ਤੇ ਆਈ ਸੀ, ਔਰ ਬਦਲਾਵ ਕੀ ਨਕੋਦਰ ਦੇ ਹੋਇਆ ਕਿ ਪਾਰਟੀ ਵੀ ਕੁਝ ਵੱਡੇ ਲੀਡਰ ਚਿਹਰੇ ਸੀ, ਪਾਰਟੀ ਬਦਲ ਦਿੱਤੀ। ਤੇ ਸਾਡੇ ਮਨੀਸ਼ ਧੀਰ ਨੇ ਆਮ ਆਦਮੀ ਪਾਰਟੀ ਦੇ ਇੱਕ ਨਕੋਦਰ ਦੇ ਵੱਡਾ ਚਿਹਰਾ ਮੰਨਿਆ ਜਾਂਦਾ ਸੀ, ਪਰ ਕੀ ਗੱਲ ਹੋਈ ਐ ਸੀ ਕਿ ਅੱਜ ਪਾਰਟੀ ਛੱਡੀ ਔਰ BJP ਵਿੱਚ ਸ਼ਾਮਲ ਹੋਇਆ। ਸਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਹੋ, ਕੀ ਕਾਰਨ ਰਿਹਾ? ਕਾਰਨ ਸਭ ਤੋਂ ਵੱਡਾ ਮੋਦੀ ਜੀ ਦੀਆਂ ਮੋਟੀਵੇਸ਼ਨਸ, ਯੋਗੀ ਜੀ ਦੀਆਂ ਕੰਟਰੀਬਿਊਸ਼ਨ ਜਿਹੜੀਆਂ ਕੰਟਰੀ ਲਈ ਹੋ ਰਹੀਆਂ, UP ਲਈ ਹੋ ਰਹੀਆਂ। ਰਾਜਨਾਥ ਸਿੰਘ ਜੀ ਬੜਾ ਅੱਛਾ ਕੰਮ ਕਰ ਰਿਹਾ। ਨਿਰਮਲਾ ਸੀਤਾਰਮਨ ਜੀ ਫਾਈਨਾਂਸ ਮਿਨਿਸਟਰ ਹੈ, ਬੜੀ ਉਹਨਾਂ ਦੀ ਅੱਛੀ ਦੇਣ ਹੈ, ਉਹਨਾਂ ਦੀ ਸੋਚ ਹੈ ਦੇਸ਼ ਨੂੰ ਵਧਾਉਣ ਲਈ। ਦੇਸ਼ ਦੇ ਸੰਵਿਧਾਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਹੇਗਾ ਮੋਦੀ ਜੀ ਦਾ। ਆਉਣ ਵਾਲੇ 10 ਸਾਲ ਦੇ ਵਿੱਚ ਤੁਸੀਂ ਦੇਖੋਗੇ ਬੜੀ ਚੇਂਜਿਸ ਆ ਰਹੀਆਂ। ਤੁਸੀਂ ਹਿੰਦੁਸਤਾਨ ਦਾ ਇਨਫਰਾਸਟ੍ਰਕਚਰ ਦੇਖੋ, ਰੋਡ ਮੈਪਸ ਨੂੰ ਲੈ ਕੇ ਚੱਲੋ, ਔਰ ਕਿਸੇ ਵੀ ਗੱਲ ਤੇ ਤੁਸੀਂ ਲੈ ਕੇ ਚੱਲੋ, ਜਿਹੜਾ ਉਹਨਾਂ ਦੇ ਅਰਬਾਂ ਰੁਪਏ ਦੇ ਪ੍ਰੋਜੈਕਟਸ ਫੋਰਨ ਦੀਆਂ ਕੰਪਨੀਆਂ ਇੱਥੇ ਆ ਕੇ ਲਗਾਉਣ ਨੂੰ ਤਿਆਰ ਹੋ ਰਹੀਆਂ। ਇਹ ਸਿਰਫ ਮੋਦੀ ਜੀ ਦੀ ਬਦੌਲਤ ਹੈ, ਯੋਗੀ ਜੀ ਦੀ ਬਦੌਲਤ ਹੈ, JP ਨੱਡਾ ਜੀ ਦੀ ਬਦੌਲਤ ਹੈ, ਰਾਜਨਾਥ ਸਿੰਘ ਜੀ ਦੀ ਬਦੌਲਤ ਹੈ। ਕਿਹੜੇ ਦਾ ਬੰਦਿਆਂ ਦਾ ਅਸੀਂ ਨਾਮ ਲਈਏ, ਏਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਆਪਣਾ ਤਨ ਮਨ ਪੂਰਾ ਝੋਂਕਿਆ ਪਿਆ। ਸੋ ਅਸੀਂ ਉਹਨਾਂ ਦੀ ਤੋਂ ਪੋਜ਼ਿਟਿਵਨੈਸ ਤੋਂ ਅਸੀਂ ਇੰਸਪਾਇਰ ਹੋ ਕੇ ਮੈਨੂੰ ਲੱਗਿਆ ਕਿ ਨਹੀਂ, ਇਹ ਪਾਰਟੀ ਮੈਨੂੰ ਇੱਕ ਚੰਗਾ ਪਲੇਟਫਾਰਮ ਲੱਗਿਆ ਕਿ ਇਹ ਪੋਜ਼ਿਟਿਵਲੀ ਇਹਦੇ ਵਿੱਚ ਦੇਸ਼ ਨੂੰ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ। ਜੇ ਦੇਸ਼ ਵਧੂਗਾ ਸਾਡਾ ਸਟੇਟ ਵਧੂਗਾ, ਸਟੇਟ ਵਧੂਗਾ ਸਾਡਾ ਹਲਕਾ ਵੀ ਵਧੂਗਾ, ਤੇ ਸਾਡਾ ਦੇਸ਼ ਉਹਦੇ ਨਾਲ ਤਰੱਕੀ ਦੀ ਰਾਹ ਤੇ ਜਾਏਗਾ। ਹਾਂ ਸਰ, ਤੁਸੀਂ ਇੱਕ ਜਿੱਤੀ ਹੋਈ ਪਾਰਟੀ ਨੂੰ ਛੱਡ ਕੇ ਹਲਕਾ ਵਧਾਈ ਕੇ ਦੇ ਕਾਫੀ ਤੁਸੀਂ ਕਰੀਬ ਸੀ, ਪਰ ਤੁਸੀਂ ਇੱਕ ਨਵੀਂ ਪਾਰਟੀ ਜੁਆਇਨ ਕੀਤੀ। ਅੰਦਰਲੀਆਂ ਗੱਲਾਂ ਵੀ ਕੋਈ ਦੱਸੋਗੇ? ਦੇਖੋ ਮੈਂ ਕੋਈ ਵੀ ਇਸ ਵੇਲੇ ਮੇਰਾ ਬੜਾ ਪੋਜ਼ਿਟਿਵ ਮਨ ਹੈ। ਮੈਂ ਪੋਜ਼ਿਟਿਵਲੀ BJP ਨੂੰ ਜੁਆਇਨ ਕੀਤਾ। ਮੈਂ ਇਹਦੇ ਵਿੱਚ ਕੋਈ ਵੀ ਨੈਗੇਟਿਵ ਗੱਲ ਕਰਨੀ ਹੀ ਨਹੀਂ ਚਾਹੁੰਦਾ। ਨਾ ਮੇਰੇ ਮਨ 'ਚ ਕੋਈ ਨੈਗੇਟਿਵ ਵਿਚਾਰ ਆ, ਨਾ ਮੇਰੇ ਲਈ ਉਹਨਾਂ ਲਈ ਕੋਈ ਦਵੇਸ਼ ਹੈ। ਮੈਂ ਖੁੱਲ੍ਹ ਕੇ ਗੱਲ ਕਰਾਂ, ਮੈਂ ਉਹਨਾਂ ਨੂੰ ਕੋਈ ਜ਼ਮੀਨ ਥੋੜ੍ਹੀ ਵੰਡਣੀ ਹੈ। ਇੱਕ ਵਿਚਾਰਾਂ ਦੀ ਲੜਾਈ ਹੈ। ਜਦੋਂ ਵਿਚਾਰ ਮੈਨੂੰ ਕੇਜਰੀਵਾਲ ਜੀ ਦੇ ਚੰਗੇ ਲੱਗੇ ਸੀ, ਠੀਕ ਹੈ, ਟਾਈਮ ਹੁੰਦਾ ਉਹ ਵਿਚਾਰਾਂ ਤੇ ਮੈਨੂੰ ਲੱਗਿਆ ਥੋੜੇ ਟਾਈਮ ਦੇ ਵਿੱਚ ਵਿਚਾਰਾਂ 'ਚ ਫਰਕ ਪੈ ਗਿਆ। ਤਸਵੀਰ 2013 ਦਾ ਜੁੜਿਆ ਹੋਇਆ ਜੀ ਮੈਂ। ਇਹ ਥੋੜਾ ਟਾਈਮ ਨਹੀਂ ਹੁੰਦਾ। 2013 ਤੋਂ ਲੈ ਕੇ 2022 ਆ ਗਿਆ। 9 ਸਾਲ ਦਾ ਟਾਈਮ ਬਹੁਤ ਵੱਡਾ ਹੁੰਦਾ ਜਿਹਦੇ ਚ ਤੁਸੀਂ ਦੇਖ ਸਕਦੇ ਹੋ। ਵਿੱਚ ਕਾਫੀ ਜ਼ਿਆਦਾ ਤੁਹਾਡਾ ਯੋਗਦਾਨ ਸੀ। 13 ਦੇ ਵਿੱਚ ਤੁਸੀਂ ਜੁੜੇ ਤਾਂ ਕਾਫੀ ਟਾਈਮ ਹੋ ਗਿਆ। ਹਾਂਜੀ, ਕਹਿੰਦੇ ਪਾਰਟੀ ਛੱਡਣੀ ਬੜੀ ਔਖੀ ਹੁੰਦੀ ਹੈ, ਦੂਜੇ ਪਾਸੇ ਜਾਣਾ ਉਹ ਉਹਨਾਂ ਲਈ ਔਖੀ ਹੁੰਦੀ ਹੈ ਜੀ ਜਿਨ੍ਹਾਂ ਨੂੰ ਕੋਈ ਉਮੀਦਾਂ ਹੋਣ। ਉਹਨਾਂ ਲਈ ਕੋਈ ਔਖੀ ਨਹੀਂ ਕਿ ਜਿਨ੍ਹਾਂ ਨੇ ਕਿਸੇ ਇੱਕ ਸਟ੍ਰੈਟਜੀ ਬਣਾਈ ਹੋਵੇ। ਜਿੱਦਾਂ ਮੈਂ ਆਪਣੇ ਤੇ ਲਿਆ ਕੇ ਗੱਲ ਕਰਾਂ, ਮੇਰੀ ਕੋਈ ਇੱਦਾਂ ਦੀ ਐਕਸਪੈਕਟੇਸ਼ਨ ਨਹੀਂ ਸੀ ਕਿ ਮੈਨੂੰ ਪਾਰਟੀ ਪਹਿਲਾਂ ਟਿਕਟ ਦੇਗੀ ਜੀ ਤਾਂ ਹੀ ਮੈਂ ਪਾਰਟੀ 'ਚ ਰਹੂੰਗਾ। ਟਿਕਟ ਤਾਂ ਇੱਕ ਬੰਦੇ ਨੂੰ ਮਿਲਣੀ ਆ। ਅਸੀਂ ਬੜਾ ਐਪਰੀਸ਼ੀਏਟ ਕੀਤਾ ਸੀਗਾ। 2013 'ਚ ਵੀ ਬੜਾ ਵਧੀਆ ਕਿ ਸਾਨੂੰ ਪਬਲਿਕ ਵੱਲੋਂ ਰਿਸਪੌਂਸ ਮਿਲਿਆ। 2017 'ਚ ਉਦੋਂ ਵੱਧ ਕੇ ਸਾਨੂੰ ਪਬਲਿਕ ਨੇ ਰਿਸਪੌਂਸ ਦਿੱਤਾ। ਪਬਲਿਕ ਨੂੰ ਚਿਹਰੇ ਵੀ ਚਾਹੀਦੇ ਆ। ਪਬਲਿਕ ਨੂੰ ਇਕੱਲਾ ਗੁੰਮਰਾਹ ਕਰਨ ਵਾਲਾ ਬੰਦਾ ਨਹੀਂ ਚਾਹੀਦਾ। ਪਬਲਿਕ ਨੂੰ ਇੱਕ ਐਸਾ ਚਿਹਰਾ ਚਾਹੀਦਾ ਜਿਹਦੇ 'ਤੇ ਪਬਲਿਕ ਯਕੀਨ ਕਰ ਸਕੇ। ਹੁਣ ਪਬਲਿਕ ਬਹੁਤ ਜਾਗਰੂਕ ਹੋ ਚੁੱਕੀ ਹੈ। ਪਬਲਿਕ ਇਹ ਚਾਹੁੰਦੀ ਹੈ ਕਿ ਜਿਹੜਾ ਬੰਦਾ ਇੱਕ ਵਰਡ ਕਵੇ, ਮੈਂ ਇੱਕ ਦੁਕਾਨਦਾਰ ਬੰਦਾ, ਅਸੀਂ ਜਦੋਂ ਕਿਸੇ ਨੂੰ ਕੁਆਲਿਟੀ ਕਮਿਟ ਕਰਦੇ ਹਾਂ ਤੇ ਮੇਰੀ ਉੱਥੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਮੈਂ ਇਸ ਕੁਆਲਿਟੀ ਦੀ ਜ਼ਿੰਮੇਵਾਰੀ ਚੱਕਦਾ। ਤੇ ਜੇ ਮੈਂ ਉਹ ਜ਼ਿੰਮੇਵਾਰੀ ਚੱਕ ਕੇ ਉਸ ਤੋਂ ਬਾਅਦ ਭੱਜ ਜਾਵਾਂ ਫਿਰ ਮੇਰੀ ਦੁਕਾਨਦਾਰੀ ਫਲਾਪ ਹੋਏਗੀ। ਸੋ ਪਬਲਿਕਲੀ ਜੇ ਆਪਾਂ ਖੁੱਲ੍ਹ ਕੇ ਗੱਲ ਕਰੀਏ, ਪਲੇਟਫਾਰਮ ਜਿਹੜਾ ਹੈ ਪੋਲੀਟੀਕਲ, ਉਹ ਵੀ ਕਿਸੇ ਤਰ੍ਹਾਂ ਦੀ ਦੁਕਾਨਦਾਰੀਆਂ, ਸਭ ਨੇ ਆਪਣੀਆਂ ਦੁਕਾਨਦਾਰੀਆਂ ਲਗਾਈਆਂ ਹੋਈਆਂ। ਕਿਹੜਾ ਕਿੱਦਾਂ ਕਨਵਿੰਸ ਕਰਦਾ, ਕਨਵਿੰਸ ਕਰਨ ਤੋਂ ਬਾਅਦ ਉਹ ਆਪਣੀ ਗੱਲਾਂ ਦੇ ਉੱਤੇ ਖਰਾ ਉਤਰਦਾ ਕਿ ਨਹੀਂ ਉਤਰਦਾ, ਇਹ ਪਬਲਿਕ ਆਪਣਾ ਰੁਝਾਨ ਦੱਸ ਦਿੰਦੀ ਹੈ। ਪਬਲਿਕ ਉਹ ਫਤਵਾ ਦੇ ਦਿੰਦੀ ਹੈ। 2 ਸਾਲ 4 ਸਾਲ 5 ਸਾਲ ਬਾਅਦ ਪਬਲਿਕ ਦਾ ਵਿਊ ਬਾਹਰ ਆਉਣੇ ਸ਼ੁਰੂ ਹੋ ਜਾਂਦੇ। ਕੀ ਤੁਸੀਂ ਪਬਲਿਕ ਨਾਲ ਵਾਅਦੇ ਕੀਤੇ ਸੀ ਕਿ ਉਹਨਾਂ ਦੇ ਖਰੇ ਉਤਰੇ ਹੋ ਕਿ ਨਹੀਂ ਉਤਰੇ ਹੋ? ਜੇ ਅਸੀਂ ਮੋਦੀ ਜੀ ਦੀ ਅੱਜ ਗੱਲ ਕਰੀਏ, ਐਵੇਂ ਨਹੀਂ 10 ਸਾਲ ਤੋਂ ਟਿਕੇ ਹੋਏ। ਯੋਗੀ ਜੀ UP ਦੇ ਵਿੱਚ ਸਾਰੀ ਦੁਨੀਆ ਤੋਂ ਆ ਗਿਆ। ਦੁਨੀਆ ਦੇ ਨਕਸ਼ੇ ਦੇ ਉੱਪਰ UP ਦਾ ਇੱਕ ਐਸੀ ਛਾਪ ਬਣਦੀ ਪਈ ਹੈ ਕਿ ਜਿੰਨਾ ਉੱਥੇ ਕ੍ਰਾਈਮ ਸੀਗਾ, ਜਿੰਨਾ ਉੱਥੇ ਬਿਜ਼ਨਸ ਸਪੋਇਲਡ ਸੀਗਾ, ਸਾਰਾ ਕੁਛ ਉਹ ਗ੍ਰਾਫ ਕਿੰਨੀ ਉੱਪਰ ਜਾ ਰਿਹਾ। ਸੋ ਇਹ ਆਉਣ ਵਾਲਾ ਟਾਈਮ ਤੁਹਾਨੂੰ ਹੋਰ ਦੱਸੇਗਾ ਕਿ ਪੰਜਾਬ ਦਾ ਗ੍ਰਾਫ ਵੀ ਇੱਦਾਂ ਹੀ ਉੱਪਰ ਜਾਏਗਾ। ਹਾਂ ਸਰ, ਸਿਆਸਤ ਤੋਂ ਹਟ ਕੇ ਆਪਾਂ ਨਕੋਦਰ ਦੀ ਗੱਲ ਕਰੀਏ ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਤੁਸੀਂ ਸੜਕਾਂ ਦਾ ਉਹਦਾ ਬੜਾ ਚੱਕਿਆ ਸੀਗਾ। ਤੇ ਅਸੀਂ ਇੱਕ ਸਵਾਲ ਹਲਕਾ ਵਿਧਾਇਕ ਨੂੰ ਕੀਤਾ ਸੀ ਕਿ ਤੁਹਾਡੇ ਵਰਕਰ ਨੇ ਸੜਕ ਪੱਟ ਕੇ ਦਿਖਾਈ ਸੀ, ਤੇ ਵਿਧਾਇਕ ਸਾਹਿਬ ਕਹਿੰਦੇ ਸੀ ਕਿ ਨਹੀਂ, ਮੇਰੇ ਤਾਂ ਵਰਕਰ ਨੇ ਪੱਟੀ ਨਹੀਂ ਗਈ ਜੀ, ਮੈਂ ਕਿਸੇ ਵਰਕਰ ਨੂੰ ਨਹੀਂ ਜਾਣਦੀ। ਹਾਂਜੀ, ਉਹ ਇੱਦਾਂ ਹੋਇਆ ਸੀ। ਕੁਛ ਉਹਨਾਂ ਦੇ ਦਿਮਾਗ 'ਚ ਕੁਛ ਹੋਰ ਚੱਲਦਾ ਹੋਊਗਾ, ਮੇਰੇ ਦਿਮਾਗ 'ਚ ਕੁਛ ਹੋਰ ਸੀਗਾ। ਮੈਂ ਕਦੀ ਵੀ ਇਸ ਗੱਲ ਦੇ ਨਾਲ ਸੋਚ ਕੇ ਨਹੀਂ ਚੱਲਦਾ ਕਿ ਕਿੱਥੇ ਫਾਇਦਾ ਹੋਣਾ, ਕਿੱਥੇ ਨੁਕਸਾਨ ਹੋਣਾ। ਪਬਲਿਕ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਪਬਲਿਕ ਦੇ ਪੈਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਜੇ ਪਬਲਿਕ ਦੇ ਪੈਸੇ ਦਾ ਨੁਕਸਾਨ ਹੁੰਦਾ, ਅਲਟੀਮੇਟਲੀ ਉਹ ਸਾਡਾ ਹੀ ਨੁਕਸਾਨ ਹੈ। ਸਾਡੇ ਹੀ ਪੈਸੇ ਟੈਕਸ ਦੇ ਰੂਪ 'ਚ ਜਾਂਦੇ ਆ ਸਰਕਾਰਾਂ ਕੋਲ, ਉਹ ਫਿਰ ਉਹੀ ਲੱਗਦੇ ਆ। ਜੇ ਉਹ ਨੁਕਸਾਨ ਹੋਊਗਾ ਤਾਂ ਫਿਰ ਸਾਡੇ ਪੈਸੇ ਦਾ ਨੁਕਸਾਨ। ਸਰ ਤੁਸੀਂ ਪਹਿਲਾਂ ਸੜਕ ਪੱਟ ਕੇ ਦਿਖਾਏ ਸੀ, ਪਰ ਅੱਜ ਹਾਲਾਤ ਦੇ ਸ਼ਾਇਦ ਤੁਸੀਂ ਉਦੋਂ ਗੌਰ ਕੀਤੀ ਹੁੰਦੀ, ਕੁਛ
ਹਲਕਾ ਵਿਧਾਇਕ ਨੇ ਜਾਂ ਠੇਕੇਦਾਰ ਨੇ ਸੜਕ ਵਧੀਆ ਬਣਾਈ ਹੁੰਦੀ, ਪਰ ਹਾਲਾਤ ਫਿਰ ਦੁਬਾਰਾ ਉਸੇ ਤਰ੍ਹਾਂ ਹੋ ਗਏ। 100% ਹਾਲਾਤ ਉੱਥੇ ਦੇ ਉੱਥੇ ਹੀ ਆ ਗਏ ਨੇ। ਤੁਹਾਡੇ ਸਾਹਮਣੇ ਹੀ ਆ, ਬਣੀਆਂ ਸੜਕਾਂ ਦੇ ਉੱਤੇ ਲੁੱਕ ਪਈ ਜਾ ਰਹੀ ਹੈ। ਜਿੱਥੇ ਟੋਏ ਪਏ ਹੋਏ ਆ ਉੱਥੇ ਲਈ ਕੋਈ ਬੌਦਰ ਨਹੀਂ ਕਰਦਾ ਪਿਆ। ਸ਼ਹਿਰ ਦੇ ਵਿੱਚ ਇਨਫਰਾਸਟ੍ਰਕਚਰ ਕਿੱਦਾਂ ਦਾ ਹੋਇਆ ਹੈ, ਬੱਸ ਸਟੈਂਡ ਵਾਲੀ ਰੋਡ ਕਦੇ ਉੱਤੇ ਮਿੱਟੀ ਪਾ ਜਾਂਦੇ ਆ, ਕਦੇ ਰੋੜੀ ਪਾ ਜਾਂਦੇ ਆ, ਕਦੇ ਉਹਦਾ ਫੇਰ ਗੱਲਾਂ ਕਰਨ ਲੱਗ ਜਾਂਦੇ ਆ। ਸੀਵਰੇਜ ਵਾਲੇ ਬੰਪ ਜਿਹੜੇ ਇੰਨੇ ਨੇ ਉੱਠੇ ਹੋਏ ਆ, ਕਦੇ ਗੱਡੀਆਂ ਡੈਮੇਜ ਹੋ ਰਹੀਆਂ। ਲਾਅ ਐਂਡ ਆਰਡਰ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਆ ਕੀ ਕੁਛ ਚੱਲ ਰਿਹਾ। ਸ਼ਹਿਰ ਦੇ ਵਿੱਚ ਕਿੱਥੇ ਟ੍ਰੈਫਿਕ ਦੀ ਸਮੱਸਿਆ ਕਿੰਨੀ ਵੱਡੀ ਪਈ ਹੋਈ ਹੈ, ਕਿਤੇ ਐਮਰਜੈਂਸੀ ਆ ਜਾਏ ਐਂਬੂਲੈਂਸ ਨੂੰ ਵੀ ਕੋਈ ਰਾਹ ਨਹੀਂ ਮਿਲਦਾ। ਸਰ ਪੂਰਾ ਸਾਲ ਤੁਸੀਂ ਸਰਕਾਰ ਦਾ ਹਿੱਸਾ ਰਹੇ ਹੋ, ਤੁਸੀਂ ਵੀ ਕੋਈ ਆਵਾਜ਼ ਚੁੱਕੀ ਹੋਗੀ ਕਿ ਆਵਾਜ਼ ਦੀ ਸੁਣਵਾਈ ਨਹੀਂ, ਕੀ ਕਾਰਨ ਹੋ ਗਿਆ ਕਿ ਅੱਜ ਵੀ ਹਾਲਾਤ ਉਸੇ ਤਰ੍ਹਾਂ ਹੀ ਆ? ਬੱਸ ਸਟੈਂਡ ਲਾ ਤੁਹਾਨੂੰ ਨਕੋਦਰ ਦਾ ਉਸੇ ਤਰ੍ਹਾਂ ਪਿਆ, ਹੋਰ ਬਹੁਤ ਸਾਰੇ ਮੁੱਦੇ ਉਸੇ ਤਰ੍ਹਾਂ ਪਏ ਆ। ਦੇਖੋ, ਪਹਿਲ ਦੇ ਆਧਾਰ ਤੇ ਮੁੱਦੇ ਨੂੰ ਹੱਲ ਹੋਣਾ ਚਾਹੀਦਾ ਸੀਗਾ। ਬੱਸ ਸਟੈਂਡ ਦਾ ਲਾਅ ਐਂਡ ਆਰਡਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਉਹਦਾ ਕੋਈ ਹਾਲੇ ਤੱਕ ਸਾਨੂੰ ਕੁਝ ਦਿਸਿਆ ਨਹੀਂ ਸ਼ਹਿਰ ਦੇ ਵਿੱਚ। ਬਟ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਬੀਜੇਪੀ ਸਰਕਾਰ ਬੇਸ਼ੱਕ ਸੈਂਟਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਉਹ ਇਸ ਗੱਲ ਨੂੰ ਪੂਰੀ ਆਵਾਜ਼ ਚੱਕੇਗੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਪੂਰਾ ਸਟ੍ਰਿਕਟ ਹੋਣਾ ਚਾਹੀਦਾ। ਔਰ ਲੋਕਾਂ ਨੂੰ, ਪਬਲਿਕ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਲਾਅ ਐਂਡ ਆਰਡਰ ਨੂੰ ਫੋਲੋ ਕੀਤਾ ਜਾਏ ਪੂਰੀ ਤਰ੍ਹਾਂ। ਸਰ ਜੇਕਰ ਸਿਹਤ ਸਹੂਲਤਾਂ ਦੀ ਗੱਲ ਕਰੀਏ, ਆਪਾਂ ਨਕੋਦਰ ਤੇ ਆਉਂਦੇ ਹਾਂ ਤੇ ਹਸਪਤਾਲ ਦੇ ਵਿੱਚ ਵਜੇ ਪੂਰਾ ਸਟਾਫ ਇਹ ਪੂਰਾ ਨਹੀਂ ਹੈ। ਤੁਸੀਂ ਵੀ ਸਰਕਾਰ ਦਾ ਹਿੱਸਾ ਰਹੇ ਹੋ, ਕੋਈ ਆਵਾਜ਼ ਤੁਸੀਂ ਉਠਾਈ? ਪਰ ਅਸੀਂ ਬਹੁਤ ਵਾਰ ਆਵਾਜ਼ ਉਠਾਈ ਹੈ। ਅਸੀਂ ਇਹਨਾਂ ਦੇ ਵਿੱਚ ਐਸਐਮਓ ਸਾਹਿਬ ਦੇ ਕੋਲ ਰਿਟਨ ਦੇ ਵਿੱਚ ਵੀ ਦੇ ਕੇ ਆਏ ਹਾਂ, ਐਸਐਮਓ ਸਾਹਿਬ ਦੇ ਕੋਲੋਂ ਰਿਟਨ 'ਚ ਲੈ ਕੇ ਵੀ ਆਏ ਹਾਂ ਕਿ ਇਹ ਤੁਹਾਨੂੰ ਕਿਹੜੀ ਦਵਾਈਆਂ ਦੀ ਨੀਡ ਹੈ। ਔਰ ਜਦੋਂ ਅਸੀਂ ਅੱਗੇ ਆਵਾਜ਼ ਚੱਕ ਕੇ ਗਏ ਹਾਂ, ਹੁਣ ਮੈਂ ਨਾਮ ਨਹੀਂ ਲੈਣਾ, ਬਟ ਜਿੱਦਣ ਟਾਈਮ ਆਊਗਾ ਅਸੀਂ ਨਾਮ ਵੀ ਤੁਹਾਨੂੰ ਲੈ ਕੇ ਦੱਸਾਂਗੇ ਅਸੀਂ ਕਿਹੜੇ ਡਿਪਾਰਟਮੈਂਟ 'ਚ ਖੁੱਲ੍ਹ ਕੇ ਨਾਮ ਲਿੱਤੇ ਗਏ। ਉੱਥੇ ਅਸੀਂ ਉਹਨਾਂ ਨੂੰ ਲਿਸਟ ਵੀ ਦਿੱਤੀ। ਉਹ ਕਹਿੰਦੇ ਜੀ ਮੈਂ ਤੇ ਸਾਈਨ ਨਹੀਂ ਕਰ ਸਕਦਾ, ਕਿ ਮੈਂ ਇਹਨੂੰ ਅਸੈਪਟ ਹੀ ਨਹੀਂ ਕਰ ਸਕਦਾ। ਇਹ ਗਜ਼ਟਡ ਆਫੀਸਰਸ ਦੇ ਨਾਮ ਹੈ, ਇਹ ਇੱਕ ਸ਼ਹਿਰ ਦੇ ਚੰਗੇ ਨੁਮਾਇੰਦਿਆਂ ਦੇ ਨਾਮ ਹੈ ਜਿਹੜੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਨੇ। ਆਫੀਸਰਸ ਦੇ ਨਾਮ ਉਹ ਬੰਦੇ ਆ ਜਿਨ੍ਹਾਂ ਨੇ ਸਾਡੇ ਉਸ ਲੈਟਰ ਨੂੰ ਲੈਣ ਤੋਂ ਡਿਨਾਈ ਕੀਤਾ। ਅਸੀਂ ਉਹ ਜਾਗਰੂਕ ਕਰਾਂਗੇ। ਇੱਕ ਸਾਨੂੰ ਪਲੇਟਫਾਰਮ ਮਿਲ ਗਿਆ ਜਿਹੜਾ ਸੱਚਾ ਔਰ ਸਹੀ ਪਲੇਟਫਾਰਮ ਹੈ, ਜਿਹੜਾ ਗਟਸ ਦੇ ਨਾਲ ਪਬਲਿਕ ਦੀ ਆਵਾਜ਼ ਕਰਨ ਵਾਲਾ ਔਰ ਚੱਕਣ ਵਾਲਾ ਔਰ ਪਬਲਿਕ ਦੇ ਹਿੱਤ ਦੀ ਗੱਲ ਕਰਨ ਵਾਲਾ। ਹਾਂ ਸਰ, ਬਹੁਤ ਸਾਰੇ ਆਮ ਆਦਮੀ ਦੇ ਵਲੰਟੀਅਰ ਹੈ, ਕਹਿੰਦੇ ਕਿ ਸਾਡੀ ਕਦਰ ਨਹੀਂ ਪਾਈ, ਉਹ ਪਾਰਟੀ ਹੋਰ ਜੁਆਇਨ ਕਰ ਲੈਂਦੇ। ਕੀ ਗੱਲ ਸੱਚ ਹੈ ਸਰ ਅੰਦਰਲੀਆਂ ਗੱਲਾਂ? ਦੇਖੋ, ਅੰਦਰ ਪਬਲਿਕਲੀ ਗੱਲ ਕੀਤੀ ਜਾਵੇ ਤਾਂ ਧੂੰਆਂ ਉਦੋਂ ਹੀ ਉੱਠਦਾ ਜਦੋਂ ਅੱਗ ਲੱਗੀ ਹੋਵੇ। ਵਲੰਟੀਅਰ ਪਰੇਸ਼ਾਨ ਵੀ ਹੈ, ਵਲੰਟੀਅਰ ਦੀ ਕਦਰ ਨਹੀਂ ਪਈ ਹੋਏਗੀ ਤਾਂ ਹੀ ਵਲੰਟੀਅਰ ਇੱਦਾਂ ਦੀ ਗੱਲ ਕਰ ਰਿਹਾ। ਨਹੀਂ ਤਾਂ ਕੋਈ ਵੀ ਐਵੇਂ ਕਿਸੇ ਨੂੰ ਪਾਰਟੀ ਤਨਖਾਹ ਤਾਂ ਦਿੰਦੀ ਨਹੀਂ, ਜਾਂ ਕਿਸੇ ਨੂੰ ਤਨਖਾਹ ਵੱਧ ਘੱਟ ਦੇ ਦਿੱਤੀ ਤਾਂ ਉਹ ਗਲਤ ਬੋਲੇਗਾ, ਕਿਸੇ ਨੂੰ ਘੱਟ ਚੱਲ ਗਈ ਤਾਂ ਉਹ ਜ਼ਿਆਦਾ ਗਲਤ ਬੋਲੇਗਾ, ਕਿਸੇ ਨੂੰ ਵੱਧ ਚੱਲ ਗਈ ਉਹ ਚੁੱਪ ਕਰਕੇ ਬੈਠਾ ਰਹੇਗਾ। ਇਹ ਅੰਦਰਲੀਆਂ ਗੱਲਾਂ ਹੈਗੀਆਂ। ਪਬਲਿਕਲੀ ਹਰ ਬੰਦਾ ਜੇ ਉਹਦੀ ਐਕਸਪੈਕਟੇਸ਼ਨ ਸੀ ਕੇਜਰੀਵਾਲ ਹੋਣਾ ਤੋਂ ਕਿ ਜੋ ਉਹਨਾਂ ਨੇ ਪੰਜਾਬ 'ਚ ਵਾਅਦੇ ਕੀਤੇ ਸੀਗੇ ਲਾਅ ਐਂਡ ਆਰਡਰ ਦੇ, ਹੈਲਥ ਦੇ, ਐਜੂਕੇਸ਼ਨ ਦੇ, ਇਹਨਾਂ ਤੋਂ ਇਲਾਵਾ ਵੀ ਉਹਨਾਂ ਨੂੰ ਇੱਕ ਵਲੰਟੀਅਰ ਦੀ ਕਦਰ ਵੀ ਚਾਹੀਦੀ ਸੀ। ਮੇਰਾ 2017 ਦੇ ਵਿੱਚ ਉੱਥੇ ਫੁੱਲ ਸਟਾਪ ਲਾਉਣ ਦਾ ਇੱਕ ਵੱਡਾ ਕਾਰਨ ਇਹ ਸੀ, ਮੇਰੀ ਡਿਮਾਂਡ ਇਹ ਸੀ ਕਿ ਅਸੀਂ ਤੁਹਾਨੂੰ ਇੰਨੇ ਲੱਖ ਵੋਟ ਪਵਾ ਦਿੱਤੀ, ਪਬਲਿਕਲੀ ਵਲੰਟੀਅਰਸ ਨੇ ਉੱਠ ਕੇ ਘਰੋਂ ਜਾ ਕੇ ਸਾਡੇ ਸਾਰੇ ਵਲੰਟੀਅਰਸ ਨੇ ਮਿਹਨਤ ਕੀਤੀ, ਤਨ ਮਨ ਧਨ। ਕਈ ਐਸੇ ਵਲੰਟੀਅਰ ਹੈ ਜਿਨ੍ਹਾਂ ਦਾ ਕੰਮ ਰੋਜ਼ਗਾਰ ਟੋਟਲ ਠੱਪ ਹੋ ਗਿਆ। ਬਟ ਉਸ ਤੋਂ ਬਾਅਦ ਕੇਜਰੀਵਾਲ ਸਰਕਾਰ ਜੇ ਜਿੱਤੀ ਨਹੀਂ ਤੇ ਉਹ ਥੈਂਕਸ ਵੀ ਨਹੀਂ ਕਰਨ ਆਏ ਸਾਡੇ ਹਲਕੇ 'ਚ। ਸਰ ਇੱਕ ਹੋਰ ਵੱਡਾ ਸਵਾਲ ਹੈ ਕਿ ਭਗਵੰਤ ਮਾਨ ਨੇ ਖੁਦ ਕਿਹਾ ਸੀ ਕਿ 13 ਤਰੀਕ ਤੋਂ ਪਹਿਲਾਂ ਜਿਹਨਾਂ ਕਿਸਾਨਾਂ ਫਸਲਾਂ ਖਰਾਬ ਹੋਈਆਂ ਮੁਆਵਜ਼ਾ ਖਾਤਿਆਂ ਦੇ ਵਿੱਚ ਆ ਜਾਊਗਾ। 13 ਤਰੀਕ ਬਣਾਏਂਗੇ ਸਰ, 14 ਵੀ ਆ ਗਈ ਹੈ, ਅਜੇ ਤੱਕ ਪੱਲੇ ਕੁਛ ਨਹੀਂ ਪਿਆ। ਜਦੋਂ ਸੱਤਾ 'ਚ ਨਹੀਂ ਸੀ ਤਾਂ ਉਦੋਂ ਕਹਿੰਦੇ ਸੀ ਕਿ ਗੁਰਦੁਆਰਿਆਂ ਦਾ ਪਹਿਲਾਂ ਮੁਆਵਜ਼ਾ ਖਾਤਿਆਂ 'ਚ ਹੋਊਗਾ। ਇਹ ਵੀ ਟਾਈਮ ਆ ਜਾਊਗਾ ਜੀ, ਸਾਰਾ ਅਸੀਂ ਗੱਲ ਕਰਾਂਗੇ ਉੱਪਰ ਸੀਨੀਅਰ ਲੀਡਰਸ਼ਿਪ ਨਾਲ। ਅੱਜ ਵਿਜੇ ਰੂਪਾਨੀ ਜੀ XCM ਗੁਜਰਾਤ ਆ ਰਹੇ ਨੇ ਸਾਡੇ ਕੋਲ, ਤੇ ਨਾਲ ਸਾਡੇ ਹਲਕਾ ਇੰਚਾਰਜ ਜਿਹੜੇ ਆ ਉਹ ਵੀ ਨਾਲ ਬੈਠੇ ਆ, ਤੇ ਨਾਲ ਸਾਡੇ ਜਿਨ੍ਹਾਂ ਨੂੰ ਹਲਕਾ ਦੀ ਲੋਕ ਸਭਾ ਦੀ ਟਿਕਟ ਮਿਲੀ ਹੈ ਇੰਦਰ ਇਕਬਾਲ ਅਟਵਾਲ ਜੀ, ਉਹਨਾਂ ਨੂੰ ਵੀ ਅਸੀਂ ਇਹ ਮੁੱਦੇ ਦੇਵਾਂਗੇ ਤਾਂ ਕਿ ਇਹ ਏਜੰਡੇ ਅਸੀਂ ਅੱਗੇ ਸਰਕਾਰ ਤੱਕ ਭੇਜ ਸਕੀਏ ਔਰ ਇਹਨਾਂ ਦਾ ਅਸੀਂ ਪਬਲਿਕਲੀ ਹੱਲ ਕਰਵਾ ਸਕੀਏ। ਹਾਂ ਸਰ, ਲਾਸਟ ਸਵਾਲ ਹੈ, ਸੈਂਟਰ ਦੇ ਵਿੱਚ ਤੁਹਾਡੀ, ਕੇਂਦਰ 'ਚ ਤੁਹਾਡੀ ਸਰਕਾਰ ਹੈ, ਜਿਮਨੀ ਚੋਣ ਜਿੱਤਦੇ ਹੋ, ਤੁਹਾਨੂੰ ਨਕੋਦਰ ਦੇ ਕੀ ਕੰਮ ਹੋਣਗੇ ਖਾਸ ਕਰ? ਨਕੋਦਰ ਦੇ ਕੰਮ ਪ੍ਰਾਇੋਰਟੀ ਦੇ ਹੋਣਗੇ ਜੀ। ਅਸੀਂ ਇਸ ਗੱਲ ਦਾ ਫਤਵਾ ਲੈਣਾ ਹੈ ਗਵਰਨਮੈਂਟ ਤੋਂ, ਔਰ ਇਸ ਗੱਲ ਦਾ ਅਸੀਂ ਪਬਲਿਕ ਦਾ ਮੈਸੇਜ ਗਵਰਨਮੈਂਟ ਤੱਕ ਪੂਰੇ ਜ਼ੋਰ ਦੇ ਨਾਲ ਲੈ ਕੇ ਜਾਣਾ ਔਰ ਆਵਾਜ਼ ਚੱਕਾਂਗੇ। ਜਿਹੜੀ ਸਾਡੇ ਹਿੱਤਾਂ ਦੀ ਆਵਾਜ਼ ਜਿਹੜੀ ਅੱਜ ਤੱਕ ਦੱਬੀ ਰਹੀ ਸੀ, ਸਾਨੂੰ 100 ਚੋਂ 100% ਉਮੀਦ ਆ। ਅਸੀਂ ਝੂਠੇ ਵਾਅਦਾ ਨਹੀਂ ਇੱਦਾਂ ਦਾ ਕਰਾਂਗੇ, 1000% ਉਮੀਦ ਆ। ਪਰਸੈਂਟੇਜ 100 ਹੀ ਹੁੰਦੀ ਹੈ, 100 ਦੀ ਉਮੀਦ ਕਰਦੇ ਹਾਂ ਕਿ ਆਪਣੀ ਸਰਕਾਰ ਸਾਡੀ ਡਿਮਾਂਡ ਨੂੰ, ਸਾਡੇ ਨਕੋਦਰ ਹਲਕੇ ਨੂੰ ਨਹੀਂ, ਇਕੱਲੇ ਪੰਜਾਬ ਨੂੰ ਪੂਰੇ ਸੀਰੀਅਸਲੀ ਦੇਖੇਗੀ ਔਰ ਇਹਦੇ ਤੇ ਮਸਲਿਆਂ ਦਾ ਹੱਲ ਕਰਨ ਦਾ ਪੂਰੀ ਤੋਂ ਪੂਰੀ ਜਲਦੀ ਤੋਂ ਜਲਦੀ ਅਸੀਂ ਕੋਸ਼ਿਸ਼ ਕਰਾਂਗੇ। ਸਰ ਆਪਣਾ ਕੀਮਤੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਇਹ ਤਾਂ ਸਨ ਸਾਡੇ ਨਾਲ ਮਨੀਸ਼ ਧੀਰ ਜੀ, ਇੱਕ ਵੱਡਾ ਚਿਹਰਾ ਸੀ ਨਕੋਦਰ ਦਾ, ਜਿਨ੍ਹਾਂ ਨੇ ਆਮ ਆਦਮੀ ਪਾਰਟੀ 'ਚ ਲੰਮੇ ਟਾਈਮ ਸੇਵਾ ਕੀਤੀ ਔਰ ਉਹ ਸਰਕਾਰ ਜੋ ਬਦਲਾਅ ਦੇ ਨਾਮ ਤੇ ਆਈ, ਸਿਰਫ ਬਦਲਾਅ ਨਕੋਦਰ ਦੇ ਵਿੱਚ ਖਾਸ ਕਰਕੇ ਕੀ ਹੋਇਆ, ਆਮ ਵਲੰਟੀਅਰ ਦੁਖੀ ਹੈ। ਉਹਦੇ ਮਨੀਸ਼ ਧੀਰ ਸੀ ਜਿਨ੍ਹਾਂ ਨੇ ਪਾਰਟੀ ਛੱਡ ਕੇ BJP ਜੁਆਇਨ ਕੀਤੀ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਲੰਧਰ ਦੀ ਜਿਮਨੀ ਚੋਣ BJP ਜਿੱਤਦੀ ਹੈ, ਕਿ ਨਕੋਦਰ ਦਾ ਵਿਕਾਸ ਹੁੰਦਾ, ਕਿ ਸੜਕਾਂ ਬਣਦੀਆਂ, ਅਜਿਹੇ ਬਹੁਤ ਸਾਰੇ ਸਵਾਲ ਆ, ਜਲਦੀ ਲੈ ਕੇ ਹਾਜ਼ਰ ਹੋਵਾਂਗੇ। ਦੇਖਦੇ ਰਹੋ।